ਹੈਲੋ ਸਟੂਡੈਂਟਸ, ਲਾਸਟ ਲੈਕਚਰ ਦੇ ਵਿੱਚ ਅਸੀਂ ਗੱਲ ਕਰ ਰਹੇ ਸੀਗੇ ਨਿਊ ਟੌਪਿਕ ਬਾਰੇ, ਮੈਗਨੇਟਸ ਐਂਡ ਅਰਥਸ ਮੈਗਨੇਟਿਜ਼ਮ। ਤੇ ਇਸ ਦੇ ਅੰਦਰ ਅਸੀਂ ਫਸਟ ਟੌਪਿਕ ਸਟੱਡੀ ਕੀਤਾ ਕਿ ਅਗਰ ਕੋਈ ਇਲੈਕਟ੍ਰੋਨ ਜਿਹੜਾ ਨਿਊਕਲੀਅਸ ਦੇ ਅਰਾਊਂਡ ਰਿਵੋਲਵ ਕਰਦਾ ਹੈ ਤਾਂ ਮੈਗਨੇਟਿਜ਼ਮ ਕਿੰਨਾ ਹੁੰਦਾ ਹੈ, ਕਿਉਂਕਿ ਇਲੈਕਟ੍ਰੋਨ ਕੀ ਹੈ, ਚਾਰਜ ਹੈ। ਜਦੋਂ ਉਹ ਮੂਵ ਕਰੇਗਾ ਤਾਂ ਕਰੰਟ ਫਲੋ ਹੋਏਗਾ ਤਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗਾ। ਤੇ ਉਸਨੂੰ ਅਸੀਂ ਨਾਮ ਦਿੱਤਾ ਸੀ ਬੋਹਰ ਮੈਗਨੇਟੋਨ ਦਾ। ਅਸੀਂ ਉੱਥੇ ਬੋਹਰ ਮੈਗਨੇਟੋਨ ਕੀ ਹੁੰਦਾ ਹੈ ਉਸਦੀ ਐਕਸਪ੍ਰੈਸ਼ਨ ਡਰਾਈਵ ਕੀਤੀ, ਨੂਮੈਰੀਕਲ ਵੈਲਿਊ ਕੈਲਕੂਲੇਟ ਕੀਤੀ ਤੇ ਉਸਨੂੰ ਡਿਫਾਈਨ ਕੀਤਾ। ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਇੱਕ ਹੋਰ ਨਵਾਂ ਕਨਸੈਪਟ, ਮੈਗਨੈਟਿਕ ਡਾਈਪੋਲ ਕੀ ਹੁੰਦਾ ਹੈ, ਡਾਈਪੋਲ ਐਂਡ ਮੈਗਨੈਟਿਕ ਡਾਈਪੋਲ ਮੋਮੈਂਟ, ਡਾਈਪੋਲ ਮੋਮੈਂਟ। ਤੁਸੀਂ ਜਦੋਂ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ ਸਟੱਡੀ ਕਰ ਰਹੇ ਸੀ ਉੱਥੇ ਤੁਸੀਂ ਪੜ੍ਹਿਆ ਕਿ ਇਲੈਕਟ੍ਰਿਕ ਡਾਈਪੋਲ ਕੀ ਹੁੰਦਾ ਹੈ ਤੇ ਇਲੈਕਟ੍ਰਿਕ ਡਾਈਪੋਲ ਮੋਮੈਂਟ ਕੀ ਹੁੰਦੀ ਹੈ। ਕਲੀਅਰ। ਹੁਣ ਅੱਜ ਅਸੀਂ ਸਟੱਡੀ ਕਰਨਾ ਹੈ ਕਿ ਮੈਗਨੇਟਿਜ਼ਮ ਦੇ ਵਿੱਚ ਮੈਗਨੈਟਿਕ ਡਾਈਪੋਲ ਕੀ ਹੈ ਤੇ ਉਸਦੀ ਡਾਈਪੋਲ ਮੋਮੈਂਟ ਕਿੰਨੀ ਹੈ। ਦੇਖੋ, ਜਦੋਂ ਵੀ ਅਸੀਂ ਇਲੈਕਟ੍ਰੋਸਟੈਟਿਕਸ ਦੀ ਗੱਲ ਕਰਦੇ ਹਾਂ, ਮੇਜਰ ਡਿਫਰੈਂਸ ਜੋ ਕਿ ਹੁਣ ਤੱਕ ਅਸੀਂ ਸਟੱਡੀ ਕੀਤਾ ਹੈ ਕਿ ਉੱਥੇ ਸਿੰਗਲ ਪੋਜ਼ਿਟਿਵ ਤੇ ਸਿੰਗਲ ਨੈਗੇਟਿਵ ਚਾਰਜ ਐਗਜ਼ਿਸਟ ਕਰ ਸਕਦੇ ਨੇ। ਬਟ ਜਦੋਂ ਅਸੀਂ ਮੈਗਨੇਟਿਜ਼ਮ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਾਡੇ ਕੋਲ ਦੋ ਪੋਲਸ ਇਕੱਠੇ ਨੇ, ਨੌਰਥ ਪੋਲ ਤੇ ਸਾਊਥ ਪੋਲ, ਜਿਨ੍ਹਾਂ ਨੂੰ ਅਸੀਂ ਸੈਪਰੇਟ ਨਹੀਂ ਕਰ ਸਕਦੇ। ਕਲੀਅਰ। ਸੋ ਮੈਗਨੈਟਿਕ ਡਾਈਪੋਲ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ, ਜਦੋਂ ਵੀ ਅਸੀਂ ਗੱਲ ਕਰਾਂਗੇ ਤਾਂ ਅਸੀਂ ਕੰਬਾਈਨ ਦੋਨੋਂ ਪੋਲਸ ਦੀ ਗੱਲ ਕਰਾਂਗੇ। ਕਲੀਅਰ। ਤੇ ਡਾਈਪੋਲ ਮੋਮੈਂਟ ਵੀ ਕੀ ਕਿਵੇਂ ਡਿਫਰੈਂਸ਼ੀਏਟ ਕਰਾਂਗੇ ਉਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਸੋ ਪੈਰਲਲ ਚੱਲਾਂਗੇ, ਜਿਵੇਂ ਅਸੀਂ ਇਲੈਕਟ੍ਰੋਸਟੈਟਿਕਸ ਦੇ ਵਿੱਚ ਗੱਲ ਕੀਤੀ ਸੀ ਉਸੇ ਤਰ੍ਹਾਂ ਮੈਗਨੇਟਿਜ਼ਮ ਹੈ। ਇਲੈਕਟ੍ਰੋਸਟੈਟਿਕਸ ਦੇ ਵਿੱਚ ਇਲੈਕਟ੍ਰਿਕ ਡਾਈਪੋਲ ਕੀ ਸੀ, ਤੁਹਾਡੇ ਕੋਲ ਦੋ ਚਾਰਜਿਸ ਸੀ ਜਿਨ੍ਹਾਂ ਦਾ ਮੈਗਨੀਟਿਊਡ ਕੀ ਸੀ, ਸੇਮ, ਬਟ ਪੋਲੈਰਿਟੀ ਕੀ ਹੈ, ਆਪੋਜ਼ਿਟ ਹੈ। ਇੱਕ ਚਾਰਜ ਪੋਜ਼ਿਟਿਵ ਹੈ ਤੇ ਦੂਸਰਾ ਨੈਗੇਟਿਵ ਹੈ ਤੇ ਦੋਨਾਂ ਦੇ ਵਿੱਚ ਕੁਛ ਨਾ ਕੁਛ ਡਿਸਟੈਂਸ ਸੀ ਜਿਸ ਨੂੰ ਅਸੀਂ ਡਿਨੋਟ ਕਰਦੇ ਸੀ 2a ਦੇ ਨਾਲ, ਤੇ ਸੈਂਟਰ ਪੁਆਇੰਟ ਸੀ O, ਜਿਹੜਾ ਕਿ ਇਸ ਡਾਈਪੋਲ ਦਾ ਸੈਂਟਰ ਮੀਨਸ ਹਾਫ ਪੁਆਇੰਟ ਹੈ ਜਿਸ ਨੂੰ O ਨਾਲ ਅਸੀਂ ਡਿਨੋਟ ਕੀਤਾ ਹੈ। ਤਾਂ ਉੱਥੇ ਡਾਈਪੋਲ ਮੋਮੈਂਟ, ਇਲੈਕਟ੍ਰਿਕ ਡਾਈਪੋਲ ਮੋਮੈਂਟ ਕੀ ਸੀ, P ਦੇ ਨਾਲ ਅਸੀਂ ਇਹਨੂੰ ਡਿਨੋਟ ਕਰਦੇ ਸੀ। P ਕਿਹਦੇ ਇਕੁਅਲ ਸੀ, ਦੋਨਾਂ ਚਾਰਜਿਸ ਦੇ ਵਿੱਚੋਂ ਕੋਈ ਵੀ ਇੱਕ ਚਾਰਜ ਜਿਹੜਾ ਹੈ, ਕਿਉਂਕਿ ਉਹਨਾਂ ਦੀ ਮੈਗਨੀਟਿਊਡ ਸੇਮ ਹੈ, ਸਿਰਫ ਡਾਇਰੈਕਸ਼ਨ ਕੀ ਹੈ, ਆਪੋਜ਼ਿਟ ਹੈ, ਪੋਲੈਰਿਟੀ ਆਪੋਜ਼ਿਟ ਹੈ, ਇੱਕ ਪੋਜ਼ਿਟਿਵ ਹੈ ਤੇ ਦੂਸਰਾ ਨੈਗੇਟਿਵ ਹੈ। ਸੋ ਕਿਸੇ ਵੀ ਇੱਕ ਚਾਰਜ ਦਾ ਮੈਗਨੀਟਿਊਡ ਇਨਟੂ ਜਿੰਨੇ ਡਿਸਟੈਂਸ ਦੇ ਨਾਲ ਦੋਨੋਂ ਸੈਪਰੇਟਡ ਨੇ ਉਹ ਡਿਸਟੈਂਸ ਨੂੰ ਇੱਥੇ ਨੋਟ ਕਰ ਲਓ। ਕਲੀਅਰ। ਹੁਣ ਅਸੀਂ ਆਉਂਦੇ ਹਾਂ ਮੈਗਨੇਟਿਜ਼ਮ ਦੇ ਵਿੱਚ। ਮੈਗਨੇਟਿਜ਼ਮ ਦੇ ਵਿੱਚ ਸਾਡੇ ਕੋਲ ਕੀ ਹੈ, ਇੱਕ ਮੈਗਨੇਟ ਹੈ, ਇਸ ਦੇ ਦੋ ਪੋਲ ਨੇ, ਇੱਕ ਸਾਊਥ ਪੋਲ ਹੈ, ਇੱਕ ਨੌਰਥ ਪੋਲ ਹੈ। ਕਲੀਅਰ। ਦੋਨੋਂ ਪੋਲਸ ਦੀ ਕੁਛ ਨਾ ਕੁਛ ਸਟਰੈਂਥ ਹੋਏਗੀ। ਲੈਟ ਅਸ ਸਪੋਜ਼ ਦੋਨਾਂ ਦੀ ਜਿਹੜੀ ਪੋਲ ਸਟਰੈਂਥ ਹੈ ਦੈਟ ਇਜ਼ ਸਮਾਲ m, ਦੋਨਾਂ ਦੀ ਪੋਲ ਸਟਰੈਂਥ ਹੈ ਤੇ S ਤੋਂ N ਤੱਕ ਦਾ ਜਿਹੜਾ ਡਿਸਟੈਂਸ ਹੈ ਉਸ ਨੂੰ ਅਸੀਂ ਡਿਨੋਟ ਕਰ ਰਹੇ ਹਾਂ 2L ਦੇ ਨਾਲ, ਤੇ ਜਿਹੜਾ ਆ ਪੁਆਇੰਟ ਹੈ this is the center of this magnet, point O। clear। pole to pole ਜਿਹੜੀ distance ਹੈ that is 2L। M ਕੀ ਹੈ, strength of magnet, strength of north pole और south pole, दोनों poles ਦੀ strength ਹੈ। ਹੁਣ ਇੱਥੇ ਸਾਨੂੰ ਡਿਫਾਈਨ ਕਰਨਾ ਹੈ ਮੈਗਨੈਟਿਕ ਡਾਈਪੋਲ। ਇਹ ਜਿਹੜਾ ਅਰੇਂਜਮੈਂਟ ਹੈ ਦਿਸ ਇਜ਼ ਨੋਨ ਐਜ਼ ਮੈਗਨੈਟਿਕ ਡਾਈਪੋਲ। ਤਾਂ ਮੈਗਨੈਟਿਕ ਡਾਈਪੋਲ ਕੀ ਹੈ, ਕਿਸੇ ਵੀ ਮੈਗਨੇਟ ਦਾ ਇੱਕ ਨੌਰਥ ਪੋਲ ਇੱਕ ਸਾਊਥ ਪੋਲ, ਤਾਂ ਉਹਨਾਂ ਦੀ ਸਟਰੈਂਥ ਹੈ m, ਪੋਲ ਸਟਰੈਂਥ ਹੋ ਗਈ ਨੌਰਥ ਪੋਲ ਤੇ ਸਾਊਥ ਪੋਲ ਦੀ। ਤੇ ਮੰਨ ਲਓ ਜਿਹੜੀ ਬਾਹਰ ਮੈਗਨੇਟ ਤੁਸੀਂ ਲਿੱਤੀ ਹੈ ਉਹਦੇ ਨੌਰਥ ਔਰ ਸਾਊਥ ਪੋਲ ਦੇ ਵਿੱਚ ਜਿਹੜਾ ਡਿਸਟੈਂਸ ਹੈ ਦੈਟ ਇਜ਼ 2L। ਤਾਂ ਡਿਸਟੈਂਸ ਕਿੰਨੀ ਹੈ ਦੋਨਾਂ ਪੋਲਸ ਦੇ ਵਿੱਚ, 2L। ਉਹ ਅਸੀਂ ਕੀ ਲਿੱਤਾ ਹੈ, ਸੈਂਟਰ ਪੁਆਇੰਟ। ਹੁਣ ਅਸੀਂ ਡਿਫਾਈਨ ਕਰਨੀ ਹੈ ਮੈਗਨੈਟਿਕ ਡਾਈਪੋਲ ਮੋਮੈਂਟ। ਤਾਂ ਜਿਸ ਤਰ੍ਹਾਂ ਅਸੀਂ ਇਲੈਕਟ੍ਰਿਸਿਟੀ ਦੇ ਵਿੱਚ ਕੀਤਾ ਸੀ, ਸਟੈਟਿਕਸ ਦੇ ਵਿੱਚ ਕੀਤਾ ਸੀ ਕਿ ਡਾਈਪੋਲ ਮੋਮੈਂਟ ਇਜ਼ ਇਕੁਅਲ ਟੂ ਮੈਗਨੀਟਿਊਡ ਆਫ ਚਾਰਜ ਇਨਟੂ डिस्टेंस जिस दे नाल दोनों चार्जेस सैपरेटेड ने।
ਇੱਥੇ ਚਾਰਜ ਦੀ ਜਗ੍ਹਾ ਤੇ ਕੀ ਹੈ ਪੋਲ ਸਟਰੈਂਥ ਹੈ ਸੋ ਇੱਥੇ m ਕੀ ਲਵਾਂਗੇ ਅਸੀਂ ਪੋਲ ਸਟਰੈਂਥ ਇਨਟੂ 2l ਕੀ ਹੈ डिस्टेंस दोनों पोल्स दे सेपरेशन दी सो थोड़ी डाइपोल मोमेंट कितनी आ गई मैग्नेटिक डाइपोल मोमेंट किस दे इक्वल आ गई m इंटू 2l m इज पोल स्ट्रेंथ हियर m इज पोल स्ट्रेंथ ते 2l की है डिस्टेंस बिटवीन दी टू पोल्स बिटवीन two poles clear ਇਹ ਤਾਂ ਹੋ ਗਿਆ ਡੈਫੀਨੇਸ਼ਨ ਮੈਗਨੈਟਿਕ ਡਾਈਪੋਲ ਮੋਮੈਂਟ ਕੀ ਹੈ ਬਟ ਜਿਹੜੀ ਇਲੈਕਟ੍ਰਿਕ ਡਾਈਪੋਲ ਮੋਮੈਂਟ ਹੈ ਉਹ ਵੈਕਟਰ ਕੁਆਂਟੀਟੀ ਹੈ ਨੋਟ ਅ ਸਕੇਲਰ ਠੀਕ ਹੈ ਤਾਂ ਇਸ ਨੂੰ ਜਦੋਂ ਅਸੀਂ ਵੈਕਟਰ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਦੇਖੋ ਦੋ ਵੈਲਿਊਜ਼ ਨੇ ਸਾਡੇ ਕੋਲ ਇੱਕ ਹੈ ਸਾਡੇ ਕੋਲ ਚਾਰਜ ਇੱਕ ਹੈ ਸਾਡੇ ਕੋਲੇ ਡਿਸਟੈਂਸ ਤੇ ਸਾਨੂੰ ਪਤਾ ਹੈ ਕਿ ਜਿਹੜਾ ਚਾਰਜ ਹੈ ਉਹ ਕੀ ਇੱਕ ਸਕੇਲਰ ਕੁਆਂਟੀਟੀ ਸੋ ਅਸੀਂ ਇਸ ਨੂੰ ਵੈਕਟਰ ਦੇ ਵਿੱਚ ਚੇਂਜ ਨਹੀਂ ਕਰ ਸਕਦੇ ਬਟ ਜਿਹੜੀ ਡਿਸਟੈਂਸ ਹੈ ਅਗਰ ਇਸ ਦੀ ਅਸੀਂ ਡਾਇਰੈਕਸ਼ਨ ਵੀ ਮੈਂਸ਼ਨ ਕਰ ਦਈਏ ਤਾਂ ਇਹ ਕੀ ਬਣ ਜਾਏਗੀ ਡਿਸਪਲੇਸਮੈਂਟ ਉਸ ਕੇਸ ਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਕਿ ਇਹ ਵੈਕਟਰ ਕੁਆਂਟੀਟੀ ਹੈ ਤਾਂ ਡਾਈਪੋਲ ਮੋਮੈਂਟ ਵੀ ਕੀ ਹੋਏਗੀ ਵੈਕਟਰ ਕੁਆਂਟੀਟੀ ਸੋ ਇਹਨੂੰ ਵੈਕਟਰ ਫਾਰਮ ਦੇ ਵਿੱਚ ਜਦੋਂ ਲਿਖਣਾ ਹੈ ਉਸ ਟਾਈਮ ਤੇ ਸਾਨੂੰ ਕੀ ਕਰਨਾ ਹੈ डायरेक्शन दसनी है ਹੁਣ देखो डायरेक्शन ਕਿਹੜੀ ਹੋ ਸਕਦੀ ਹੈ ਇਹ ਵੀ ਤਾਂ ਹੋ ਸਕਦਾ ਹੈ ਕਿ ਡਾਈਪੋਲ 네ਗੇਟਿਵ ਟੂ ਪੋਜ਼ਿਟਿਵ ਜਾਏ ਜਾਂ ਡਾਈਪੋਲ ਪੋਜ਼ਿਟਿਵ ਟੂ 네ਗੇਟਿਵ ਜਾਏ ਕਲੀਅਰ ਸੋ ਜਦੋਂ ਅਸੀਂ ਇਲੈਕਟ੍ਰਿਕ ਡਾਈਪੋਲ ਮੋਮੈਂਟ ਡਿਸਕਸ ਕੀਤਾ ਸੀ ਉੱਥੇ ਦੱਸਿਆ ਸੀ ਕਿ ਜਿਹੜਾ ਡਾਈਪੋਲ ਮੋਮੈਂਟ ਹੈ ਇਲੈਕਟ੍ਰਿਕ ਡਾਈਪੋਲ ਮੋਮੈਂਟ ਹੈ ਉਸ ਦੇ ਵਿੱਚ ਜਿਹੜੀ ਡਾਇਰੈਕਸ਼ਨ ਹੈ ਡਾਈਪੋਲ ਦੀ ਉਹ ਕਿਸ ਮੋਮੈਂਟ ਦੀ ਕਿਸ ਡਾਇਰੈਕਸ਼ਨ 'ਚ ਹੁੰਦੀ ਹੈ ਫਰੋਮ 네ਗੇਟਿਵ ਟੂ ਪੋਜ਼ਿਟਿਵ क्लियर सो इसनों असी चेंज करांगे टू ए वैक्टर ए फॉर्मूला की बन गया इन वैक्टर फॉर्म डाइपोल मोमेंट इलेक्ट्रिक डाइपोल मोमेंट दा नाउ सेम चीज असी करांगे मैग्नेटिक डाइपोल मोमेंट दे विच मैग्नेटिक डाइपोल मोमेंट दे विच भी मैग्नेटिक डाइपोल मोमेंट इज अ वैक्टर क्वांटिटी सो m दे ऊपर वैक्टर आएगा बट अगेन इत्थे दो क्वांटिटीज़ ने जिन्हां दे विचों फर्स्ट है पोल स्ट्रेंथ कदे भी वैक्टर नहीं हो सकती क्योंकि स्ट्रेंथ एक स्केलर क्वांटिटी है सो इसनों असी चेंज नहीं कर सकते अगेन 2l की है डिस्टेंस नूं अगर असी डायरेक्शन मैंशन कर दिए कि जिहड़ी डाइपोल मोमेंट की डायरेक्शन है वो किहड़ी है तां इसनों असी डिस्प्लेसमेंट बना सकते हैं मीनस वैक्टर क्वांटिटी बना सकते हैं जिवें इलैक्ट्रिक डाइपोल मोमेंट दे विच डायरेक्शन किहड़ी सी नेगेटिव टू पॉजिटिव हियर डाइपोल मोमेंट की जिहड़ी डायरेक्शन है वो की हुंदी है फ्रॉम साउथ पोल टू नॉर्थ पोल साउथ टू नॉर्थ सो इत्थे असीं इसनूं की लिखांगे 2l वैक्टर नो इट इज डिस्प्लेसमेंट नॉट डिस्टेंस फ्रॉम साउथ टू नॉर्थ सो ये है थोड़ी मैग्नेटिक डाइपोल मोमेंट this is the scalar form and this is the vector form clear so last ਵਿੱਚ ਅਸੀਂ ਦੱਸਣਾ ਹੈ ਕਿ ਇਸ ਦੇ ਯੂਨਿਟਸ ਕੀ ਹੋਣਗੇ ਠੀਕ ਹੈ ਯੂਨਿਟਸ ਆਫ m ਦੇ means magnetic dipole moment ਦੇ ਯੂਨਿਟਸ ਕੀ ਹੋਣਗੇ ਯੂਨਿਟਸ pole strength into distance ठीक है ਤਾਂ ਪੋਲ ਸਟਰੈਂਥ ਇਨਟੂ ਡਿਸਟੈਂਸ ਨੂੰ ਅਗਰ ਅਸੀਂ ਯੂਨਿਟਸ ਕੈਲਕੂਲੇਟ ਕਰੀਏ ਤਾਂ ਕੀ ਹੋਏਗੀ ਐਂਪੀਅਰ ਮੀਟਰ ਪੋਲ ਸਟਰੈਂਥ ਦੇ ਯੂਨਿਟਸ ਐਂਪੀਅਰ ਮੀਟਰ ਇਨਟੂ ਡਿਸਟੈਂਸ ਦੇ ਮੀਟਰ ਸੋ ਇਸ ਦੇ ਯੂਨਿਟਸ ਕੀ ਬਣ ਜਾਣਗੇ ਐਂਪੀਅਰ ਮੀਟਰ ਸਕੁਅਰ ਕਲੀਅਰ ਹੈ ਸੇਮ ਤੁਸੀਂ ਜੋ ਵੀ ਇਲੈਕਟ੍ਰੋਸਟੈਟਿਕਸ ਦੇ ਵਿੱਚ ਕੀਤਾ ਸੀ ਉਹੀ ਇਸ ਨੂੰ ਅੱਜ ਅਸੀਂ ਮੈਗਨੇਟਿਜ਼ਮ ਦੇ ਵਿੱਚ ਕਰਨਾ ਹੈ ਦੋਨੋਂ ਟੌਪਿਕਸ ਪੈਰਲਲ ਚੱਲਦੇ ਨੇ ਕਲੀਅਰ ਸੋ ਇੱਥੇ m की है पोल स्ट्रेंथ है दोनों पोल्स की स्ट्रेंथ दसती डिस्टेंस दसता जो असी किसी भी एक पोल की स्ट्रेंथ नू मल्टीप्लाई करिए डिस्टेंस बिटवीन द टू पोल्स दे नाल तां साडे कोल की आएगी टर्म मैग्नेटिक डाइपोल मोमेंट क्योंकि यह वैक्टर क्वांटिटी है पोल स्ट्रेंथ नू असी वैक्टर नहीं कर सकते दैन डिस्टेंस की है वैक्टर क्वांटिटी इसकी डायरेक्शन मैंशन कर दी तां की बन गया डिस्प्लेसमेंट so dipole moment is equal to m vector is equal to m into 2l vector and direction is from south pole to north pole clear
ਸੋ ਇਹ ਸੀ ਸਾਡਾ ਕਨਸੈਪਟ ਮੈਗਨੈਟਿਕ ਡਾਈਪੋਲ ਕੀ ਹੁੰਦਾ ਹੈ ਤੇ ਮੈਗਨੈਟਿਕ ਡਾਈਪੋਲ ਮੂਮੈਂਟ ਕੀ ਹੁੰਦੀ ਹੈ। ਕਲੀਅਰ। ਨੈਕਸਟ ਹੁਣ ਅਸੀਂ ਕੀ ਕਰਨਾ ਹੈ, ਤੁਹਾਡੇ ਕੋਲ ਕੋਈ ਡਾਈਪੋਲ ਹੈ, ਕਲੀਅਰ, ਤਾਂ ਤੁਸੀਂ ਕਿਸੇ ਵੀ ਪੁਆਇੰਟ ਦੇ ਉੱਪਰ ਜਿਹੜਾ ਕਿ ਇਸ ਦੇ ਕੋਐਕਸੀਅਲ ਲਾਈਨ ਦੇ ਉੱਪਰ लाई करे ਉਸ ਦੇ ਲਈ फाइंड आउट करनी है अमाउंट ऑफ मैग्नेटिक फील्ड ड्यू टू दिस डाइपोल। मीन्स we have to find the magnetic field at a point which lies on this coaxial line of this magnetic dipole। ठीक है, तो इस डाइपोल करके उस पॉइंट के ऊपर कितना मैग्नेटिक फील्ड होएगा ਉਹਦੀ वैल्यू ਅਸੀਂ कैलकुलेट करनी है। तो पहला सब तो मैंने ਤੁਹਾਨੂੰ ਇਹ ਦੱਸਣਾ ਹੈ, मीनिंग समझाना है कि what do you mean by the coaxial line ਤੇ ਉਹ ਕੀ ਹੁੰਦੀ ਹੈ, ਕਿਵੇਂ ਅਸੀਂ ਉਸ ਦੇ ਲਈ ਮੈਗਨੈਟਿਕ ਫੀਲਡ ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ। ਸੋ ਸਾਡਾ ਨੈਕਸਟ ਟੌਪਿਕ ਹੈ ਮੈਗਨੈਟਿਕ ਫੀਲਡ ਐਟ ਅ ਪੁਆਇੰਟ on the coaxial line of a magnetic dipole। so note करो magnetic field at a point on coaxial line of magnetic dipole। ਹੁਣ ਤੁਹਾਨੂੰ मैग्नेटिक डाइपोल ਦਾ मीनिंग बहुत चंगी तरह क्लीयर हो गया है कि मैग्नेटिक डाइपोल की होता है। क्लियर। सो एक असी डाइपोल लिया, दिस इज द साउथ पोल एंड हियर इट इज नॉर्थ पोल। क्लियर। इत्थे किते सेंटर दे विच एक्ट करेगा इज द सेंटर ओ। क्लियर है। इसकी पोल स्ट्रेंथ m है तो इसकी भी पोल स्ट्रेंथ m है। हुण देखो इस विचों नंबर ऑफ लाइन्स पास आउट कर सकदियां ने लाइक दिस पोल दे विचों। ठीक है, नंबर ऑफ लाइन्स पास आउट कर सकदियां ने। सिमिलरली इस पॉइंट दे विचों भी बहुत सारियां इनफाइनाइट लाइन्स पास आउट कर सकदियां। बट साडा क्वेश्चन की है, असी फाइंड आउट की करना है, असी फाइंड आउट करना है कि कोएक्सियल लाइन के ऊपर मैग्नेटिक फील्ड किसी भी पॉइंट पे कितना होएगा। ठीक है, तो कोएक्सियल को मीन्स सेम एक्सिस, ओ पॉइंट ओ लाइन जेड़ी कि दोनों पोल्स दे विचों पास करे, दोनों पोल्स दे विचों पास ऑन करे लाइक दिस। सो इदां दी लाइन एक ही होएगी जेड़ी कि दोनों पोल्स दे विचों पास ऑन करेगी। सो असी की करना है, जो लाइन इस पोल दे विचों पास कर रही है, इस लाइन दे ऊपर किसी भी पॉइंट ते मैग्नेटिक फील्ड दी वैल्यू कैलकुलेट करनी है, मैग्नेटिक स्ट्रेंथ ऑफ मैग्नेटिक फील्ड या जिसनों असी कहने मैग्नेटिक फील्ड इंटेंसिटी, उसकी वैल्यू कितनी होएगी उसे कैलकुलेट करना है। ठीक है, इसनों स्टार्ट करन तो पहला एक चीज़ देखो, अगर साडे कोल सिंपली कोई भी एक पोल हुंदा, वैसे वो एग्जिस्ट नहीं करता सिंगल पोल, बट फिर भी सोचो कि अगर साडे कोल कोई सिंगल पोल होए जिहदी स्ट्रेंथ m है, तो इस पोल करके इस पॉइंट P ते जो कि r डिस्टेंस ते है, साने मैग्नेटिक फील्ड स्ट्रेंथ कैलकुलेट करनी है। तो असी पहला ही पढ़ चुके हैं कि किसी भी मैग्नेटिक फील्ड पॉइंट करके स्ट्रेंथ पोल करके कितनी होंगी है, म्यू नॉट अपॉन 4 पाई m अपॉन r स्क्वायर। ठीक है, बट साढ़े कोल हमेशा सिंगल पोल एग्जिस्ट नहीं करता जब दोनों पोल्स होंगे। तो जदों दोनों पोल्स आ जाते हैं उस टाइम पे ये जी प्रोसेस है ये इन्नी सिंपल नहीं रहती। ठीक है, इस दे विच काफ़ी कुछ चेंज हो जाएगा। क्यों? क्योंकि देखो कोई भी पॉइंट, सपोज तुसी इत्थे कोई पॉइंट P लिया, हुण इस पॉइंट P दे ऊपर इस नॉर्थ पोल करके भी कुछ ना कुछ फील्ड एक्ट कर रहा है, तो इस साउथ पोल करके भी कुछ ना कुछ फील्ड एक्ट कर रहा है। अगर सिंगल नॉर्थ पोल हुंदा तां भी सिंपल सी आ कैलकुलेट हो गया, अगर सिंगल साउथ पोल हुंदा फिर भी सिंपल सी टाइम कैलकुलेट हो गया। बट नॉर्थ ते साउथ पोल दोनों नाल नाल आंदे ने। ठीक है,
ਇਟ ਮੀਨਸ ਕਿ ਅਸੀਂ ਇਹਨਾਂ ਦੋਨਾਂ ਪੋਲਸ ਨੂੰ ਸੈਪਰੇਟ ਨਹੀਂ ਕਰ ਸਕਦੇ ਤਾਂ ਇਹਨਾਂ ਦੋਨਾਂ ਦਾ ਇਫੈਕਟ ਕਾਊਂਟ ਹੋਏਗਾ ਜਦੋਂ ਅਸੀਂ ਕੈਲਕੂਲੇਟ ਕਰਾਂਗੇ ਮੈਗਨੈਟਿਕ ਫੀਲਡ ਸਟਰੈਂਥ ਐਟ ਐਨੀ ਪੁਆਇੰਟ ਔਨ ਦਾ ਕੋਐਕਸੀਅਲ ਲਾਈਨ। ਕਲੀਅਰ ਹੈ? ਸੋ ਇਸ ਨੂੰ ਸਟਾਰਟ ਕਰਾਂਗੇ। ਉਸ ਦੇ ਲਈ ਕੁਝ ਅਜ਼ੰਪਸ਼ਨ ਹੈ, ਪਹਿਲਾਂ ਉਹ ਦੇਖਦੇ ਹਾਂ। m ਕੀ ਹੈ ਇੱਥੇ? ਪੋਲ ਸਟਰੈਂਥ। ਦੋਨੋਂ ਪੋਲਸ ਦੀ ਸਟਰੈਂਥ ਨੂੰ ਅਸੀਂ ਕੀ ਮੰਨ ਕੇ ਚੱਲ ਰਹੇ ਹਾਂ? m ਇਜ਼ ਇਕੁਅਲ ਟੂ ਪੋਲ ਸਟਰੈਂਥ। ਠੀਕ ਹੈ? ਤੇ ਡਾਈਪੋਲ ਦੀ ਲੈਂਥ ਕਿੰਨੀ ਹੁੰਦੀ ਹੈ? ਐਂਡ ਟੂ ਐਂਡ ਹੁਣੀ ਤੁਹਾਨੂੰ ਅੱਜ ਹੀ ਟੌਪਿਕ 'ਚ ਪੜ੍ਹਾ ਕੇ ਚੁੱਕੇ ਹਾਂ, 2l। ਕਲੀਅਰ? ਸੋ ਇਹ ਸੈਂਟਰ ਹੈ। ਇਹਦਾ ਮਤਲਬ ਕੀ ਹੈ ਕਿ ਇਹ ਡਿਸਟੈਂਸ ਕਿੰਨੀ ਹੋਏਗੀ? ਸਮਾਲ l। ਐਂਡ ਇਹ ਵਾਲੇ ਸੈਂਟਰ ਤੋਂ ਇਹ ਡਿਸਟੈਂਸ ਕਿੰਨੀ ਹੋਏਗੀ? ਸਮਾਲ l। ਲੈਟ ਅਸ ਸਪੋਜ਼ ਇਸ ਸੈਂਟਰ ਪੁਆਇੰਟ ਤੋਂ ਜਿਹੜਾ ਅਸੀਂ ਪੁਆਇੰਟ ਅਜ਼ਿਊਮ ਕੀਤਾ ਹੈ ਜਿੱਥੇ ਅਸੀਂ ਫਾਈਂਡ ਆਊਟ ਕਰਨੀ ਹੈ ਮੈਗਨੈਟਿਕ ਫੀਲਡ ਦੀ ਵੈਲਿਊ, that point should be lie at a distance of d. clear? pole strength m है, 2l की है distance between two poles of bar magnet। दोनों poles ਦੇ ਵਿੱਚ ਕਿੰਨਾ distance ਹੈ। ठीक है? ਤੇ P ਉਹ ਪੁਆਇੰਟ ਹੈ ਜਿਸ ਦੇ ਉੱਪਰ ਅਸੀਂ ਮੈਗਨੈਟਿਕ ਫੀਲਡ ਦੀ ਵੈਲਿਊ ਕੈਲਕੂਲੇਟ ਕਰਨੀ ਹੈ, ਮੈਗਨੈਟਿਕ ਫੀਲਡ ਇੰਟੈਂਸਿਟੀ ਕੈਲਕੂਲੇਟ ਕਰਨੀ ਹੈ। ਹੁਣ ਦੇਖੋ ਸਾਨੂੰ ਪਤਾ ਹੈ ਕਿ ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਨੇ ਕਿਸੇ ਵੀ ਬਾਰ ਮੈਗਨੇਟ ਦੇ ਲਈ ਉਹ ਕਿੱਥੋਂ ਸਟਾਰਟ ਹੁੰਦੀਆਂ ਨੇ? ਨਾਰਥ ਪੋਲ ਤੋਂ, ਤੇ ਐਂਡ ਕਿੱਥੇ ਕਰਦੀਆਂ ਨੇ? ਸਾਊਥ ਪੋਲ ਤੇ ਇਹ ਚੀਜ਼ ਅਸੀਂ ਬਹੁਤ ਵਾਰ ਪੜ੍ਹ ਚੁੱਕੇ ਹਾਂ ਹੁਣ ਤੱਕ ਦੇ ਜੋ ਅਸੀਂ ਲੈਕਚਰ ਮੈਗਨੇਟਿਜ਼ਮ ਦੇ ਡਿਸਕਸ ਕੀਤੇ ਨੇ। ਠੀਕ ਹੈ? ਹੁਣ ਇਹ ਵੀ ਬਾਰ ਮੈਗਨੇਟ ਹੈ। ਸੋ ਜਦੋਂ ਅਸੀਂ ਨਾਰਥ ਪੋਲ ਦੀ ਗੱਲ ਕਰਾਂਗੇ, ਨਾਰਥ ਪੋਲ ਕਰਕੇ ਇਸ ਪੁਆਇੰਟ P ਤੇ ਕਿੰਨਾ ਫੀਲਡ ਐਕਟ ਕਰ ਰਿਹਾ ਹੈ, ਤਾਂ ਉਹਦੇ ਲਈ ਅਸੀਂ ਮੈਗਨੈਟਿਕ ਫੀਲਡ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਕਿਸਧਰ ਬਣਾਵਾਂਗੇ? ਉਹ ਅਵੇ ਹੋਏਗੀ ਫਰੋਮ ਨਾਰਥ ਪੋਲ। ਮੀਨਸ ਨਾਰਥ ਪੋਲ ਤੋਂ ਦੂਰ ਜਾ ਰਹੀ ਹੈ ਲਾਈਨ। ਨਾਰਥ ਪੋਲ ਤੋਂ ਸਟਾਰਟ ਹੋ ਕੇ ਐਂਡ ਕਿੱਥੇ ਕਰਦੀਆਂ ਨੇ? ਸਾਊਥ ਪੋਲ ਤੇ। ਸੋ ਇਸ ਕਰਕੇ ਜਿਹੜਾ ਫੀਲਡ ਐਕਟ ਕਰੇਗਾ, ਲੈਟ ਅਸ ਸਪੋਜ਼ ਦਿਸ ਫੀਲਡ ਇਜ਼ B1 ਵੈਕਟਰ, वो किधर एक्ट करेगा? अवे फ्रॉम पॉइंट P, मीन्स टूवर्ड द राइट। इनू PX कह लेंगे। ठीक है? हुण नेक्स्ट इस साउथ पोल करके भी इस दे ऊपर कुछ ना कुछ फील्ड एक्ट करेगा। ठीक है? बट नॉर्थ पोल करके स्टार्ट कर दिया ने नॉर्थ पोल तो मैगनेटिक फील्ड लाइन ते एंड कर दिया ने साउथ पोल ते, तां इत्थे इस डायरेक्शन च अट्रैक्शन होएगी। ਤਾਂ ਜਿਹੜਾ ਫੀਲਡ ਹੋਏਗਾ ਉਹ ਕਿੱਧਰ ਐਕਟ ਕਰੇਗਾ? ਟੂਵਰਡ ਸਾਊਥ। ਲੈਟ ਅਸ ਸਪੋਜ਼ ਦਿਸ ਫੀਲਡ ਇਜ਼ ਨੋਨ ਐਸ B2। ਹੁਣ ਅਗਰ ਤੁਸੀਂ ਇਸ ਡਾਇਗਰਾਮ ਨੂੰ ਧਿਆਨ ਨਾਲ ਅਬਜ਼ਰਵ ਕਰ ਰਹੇ ਹੋ ਤਾਂ ਤੁਸੀਂ ਦੇਖੋ ਮੈਂ ਦੋਨੋਂ ਵੈਕਟਰਸ ਦੀ ਜਿਹੜੀ ਲੈਂਥ ਹੈ ਉਹ ਡਿਫਰੈਂਟ ਬਣਾਈ ਹੈ। ਜਿਹੜਾ B1 ਵੈਕਟਰ ਹੈ ਉਹਦਾ ਮੈਗਨੀਟਿਊਡ ਜ਼ਿਆਦਾ ਹੈ ਐਜ਼ ਕੰਪੇਅਰ ਟੂ B2 ਵੈਕਟਰ। ਇਹ ਵੀ ਤੁਸੀਂ ਵੀ ਜਦੋਂ ਬਣਾਉਣਾ ਹੈ ਉਦੋਂ ਵੀ ਧਿਆਨ ਰੱਖਣਾ ਹੈ। ਉਹਦਾ ਰੀਜ਼ਨ ਕੀ ਹੈ? ਦੇਖੋ ਸਾਨੂੰ ਪਤਾ ਹੈ ਕਿ ਜਿਹੜਾ ਵੀ ਸਟਰੈਂਥ ਹੈ, ਇੰਟੈਂਸਿਟੀ ਹੈ, ਦੈਟ ਡਿਪੈਂਡਸ ਅਪੋਨ ਦਾ ਡਿਸਟੈਂਸ। ਹੁਣੇ ਅਸੀਂ ਫਾਰਮੂਲਾ ਲਿਖਿਆ ਸੀ ਕਿੰਨੀ ਵੈਲਿਊ ਹੁੰਦੀ ਹੈ ਮੈਗਨੈਟਿਕ ਫੀਲਡ ਦੀ ਕਿਸੇ ਵੀ ਪੁਆਇੰਟ ਕਰਕੇ, μ0.4 ਪਾਈ ਇਨਟੂ m ਅਪੋਨ r ਸਕੁਅਰ। ਠੀਕ ਹੈ? ਨਾਰਥ ਪੋਲ ਇਸ ਪੁਆਇੰਟ P ਦੇ ਕਲੋਜ਼ ਹੈ, ਸੋ ਇਸ ਦਾ ਇਫੈਕਟ ਜ਼ਿਆਦਾ ਹੋਏਗਾ। ਇਸ ਦੇ ਕਰਕੇ ਜਿਹੜਾ ਫੀਲਡ ਹੈ ਉਹ ਜ਼ਿਆਦਾ ਐਕਟ ਕਰੇਗਾ। इस करके मैंने B1 वेक्टर है जोड़ा बड़ा बनाया है। बट साउथ पोल क्योंकि इस पॉइंट P तो काफ़ी दूर चला गया है, सो इसका इफेक्ट घट होएगा, इसलिए B2 वेक्टर स्मॉल बनाया है। हुण की होएगा? नॉर्थ पोल करके कुछ फील्ड एक्ट कर रहा है तो साउथ पोल करके कुछ फील्ड एक्ट कर रहा है। बट असी की कैलकुलेट करना है कि नैट फील्ड इस पॉइंट P के ऊपर कितना एक्ट कर रहा है, बिकॉज ड्यू टू बोथ दीज पोल्स। क्योंकि साढ़े कोल कंप्लीट एक बार मैगनेट है जिहदे विच एक पोल साउथ है तो दूसरा नॉर्थ है, तो दोनों फील्ड्स का इफेक्ट है जिहड़ा वो पॉइंट P के ऊपर हो रहा है। सो जिहड़ा नैट फील्ड होएगा वो कितना होएगा? जिन्ना साढ़े कोल ए फील्ड है माइनस B2। क्यों माइनस? क्योंकि दोनों वैक्टर्स की जिहड़ी डायरेक्शन है दैट इज अपोजिट। मीन्स if we are taking B1 as positive then B2 is automatically negative। clear?
सो स्टार्ट करांगे जेड़ा नेट फील्ड होएगा B वेक्टर ऑन एक्सियल लाइन दैट विल बी इक्वल टू B1 वेक्टर माइनस B2 वेक्टर। क्लियर। सो पहला B1 दे लिए फील्ड की वैल्यू लिखांगे, मैग्नीट्यूड ले लेने कितना होएगा म्यू नॉट अपॉन 4 पाई। स्ट्रेंथ कितनी है मैग्नेटिक फील्ड दी M। ठीक है, हुण तुसी देखो इस पॉइंट ते पहला असी गल कर रहे हैं B1 दी, डिस्टेंस कितना है D दे विचों अगर असी L वाला पार्ट माइनस कर दिए तो NP डिस्टेंस आ जाएगा। ठीक है, नॉर्थ पोल करके P पॉइंट के ऊपर कितना फील्ड एक्ट कर रहा है वो लिखना है, तो डिस्टेंस केड़ी आएगी NP, ए वाली डिस्टेंस। वो डिस्टेंस किसदे इक्वल है D डिस्टेंस सेंटर तो P पॉइंट तक है, तो सेंटर तो N पॉइंट तक L डिस्टेंस है। सो अगर असी D दे विचों L नू माइनस कर दिए तो साडे कोल की आ जाएगा आ डिस्टेंस NP डिस्टेंस। क्लियर। सो इत्थे की लिखांगे D माइनस L होल स्क्वायर। नेक्स्ट B2 की है साउथ पोल तो इस पॉइंट P के ऊपर कितना फील्ड एक्ट कर रहा है। सो उसको लिखण लई भी अगेन असी सेम फार्मूला यूज करांगे, बट इत्थे हुण डिस्टेंस केड़ी आएगी साउथ पोल ते P पॉइंट दे विच डिस्टेंस। ते अगर तुसी देखो साउथ पोल ते P पॉइंट दे विच कितनी डिस्टेंस है, और इत्थे पॉइंट तक ओ पॉइंट तक कितनी है D है, O तो S तक कितनी है L। सो टोटल डिस्टेंस फ्रॉम साउथ पोल टू पॉइंट P कितनी होगी D प्लस L। सो इसमें लिखांगे म्यू नॉट अपॉन 4 पाई M अपॉन D प्लस L होल स्क्वायर। क्लियर। सो इसमें सॉल्व करांगे, ए जेड़ा फैक्टर है देखो ये दोनों टर्म्स दे विच कॉमन आ रहा है। सो इसमें आउटसाइड दी ब्रैकेट लिखते हैं, इनसाइड द ब्रैकेट साडे कोल की है D माइनस L होल स्क्वायर माइनस 1 अपॉन D प्लस L होल स्क्वायर। ठीक है, इसनू मैथमेटिकल है, इस दे विच हुण कोई फिजिक्स नहीं यूज हो रही, मैथमेटिकल पार्ट है। एलसीएम लवांगे D माइनस L होल स्क्वायर D प्लस L होल स्क्वायर D प्लस L होल स्क्वायर माइनस D माइनस L होल स्क्वायर। क्लियर। इस पोर्शन नू रिमूव कर दें। सो इट विल बिकम म्यू नॉट अपॉन 4 पाई इंटू M इनसाइड A स्क्वायर प्लस B स्क्वायर प्लस 2AB माइनस A स्क्वायर प्लस B स्क्वायर माइनस 2AB डिवाइडेड बाय, देखो A माइनस B होल स्क्वायर A प्लस B होल स्क्वायर। सो इसनों असी की लिख सकते हैं A स्क्वायर माइनस B स्क्वायर दा होल स्क्वायर। क्लियर। म्यू नॉट अपॉन 4 पाई इंटू M B स्क्वायर प्लस L स्क्वायर प्लस 2DL माइनस D स्क्वायर माइनस L स्क्वायर 2DL माइनस L स्क्वायर। दिस आ कैंसिल आउट हो गया, 2DL प्लस 2DL की बनेगा 4DL। म्यू नॉट अपॉन 4 पाई इंटू M 4DL अपॉन D स्क्वायर माइनस L स्क्वायर होल स्क्वायर। इस टर्म नू थोड़ा जा रीअरेंज करांगे। M भी है साडे कोल फैक्टर, इनू किवें लिख सकते हैं 2 in M into 2L M into 2L into 2D. It will become 4L D M। सिर्फ थोड़ा रीअरेंज किया है। क्लियर। ताकि इस दे विच असी कुछ फैक्टर इंट्रोड्यूस कर सकीए। क्लियर।
मैं इसनों स्प्लिट कर लिया 2 into 2 एक 2 ਨੂੰ ਲਗਾਇਆ L ਦੇ ਨਾਲ ਤੇ ਦੂਸਰੇ ਨੂੰ D ਦੇ ਨਾਲ। ਹੁਣ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਜਿਹੜਾ ਆ ਫੈਕਟਰ ਹੈ ਇਹ ਕੀ ਹੈ, M is pole strength, ਜਿੰਨੀ pole strength ਹੈ ਕਿਸੇ ਇੱਕ ਪੋਲ ਦੀ 2 into 2L ਦੋਨਾਂ ਪੋਲਸ ਦੇ ਵਿੱਚ ਡਿਸਟੈਂਸ। ਤੇ ਅੱਜ ਹੀ ਜਦੋਂ ਅਸੀਂ ਲੈਕਚਰ ਸਟਾਰਟ ਕੀਤਾ ਉਦੋਂ ਤੁਹਾਨੂੰ ਦੱਸਿਆ ਸੀ ਕਿ ਇੱਕ ਪੋਲ ਦੀ ਸਟਰੈਂਥ ਇਨਟੂ ਦੋਨੋਂ ਪੋਲ ਦੀ ਜਿਹੜੀ ਡਿਸਟੈਂਸ ਹੈ ਉਸ ਦੇ ਮਲਟੀਪਲੀਕੇਸ਼ਨ ਨੂੰ ਅਸੀਂ ਕੀ ਕਿਹਾ ਸੀ, ਮੈਗਨੈਟਿਕ ਡਾਈਪੋਲ ਮੋਮੈਂਟ, ਤੇ ਉਹਨੂੰ ਡਿਨੋਟ ਕਿਹਦੇ ਨਾਲ ਕੀਤਾ ਸੀ, ਕੈਪੀਟਲ M ਦੇ ਨਾਲ। ਸੋ ਇਸ ਫੈਕਟਰ ਨੂੰ ਅਸੀਂ ਡਿਨੋਟ ਕਰਾਂਗੇ ਕੈਪੀਟਲ M ਦੇ ਨਾਲ। ਸੋ ਇਟ ਵਿਲ ਬਿਕਮ mu naught upon 4 pi into 2 ਕਿਹੜਾ ਆ ਵਾਲਾ 2m d divided by d square minus l square ਦਾ whole square। ਸੋ ਇਹ ਤੁਹਾਡੀ ਕਿਹੜੀ ਐਕਸਪ੍ਰੈਸ਼ਨ ਆ ਗਈ ਕਿ ਇੱਕ ਐਕਸੀਅਲ ਲਾਈਨ ਦੇ ਉੱਪਰ ਕਿਸੇ ਵੀ ਪੁਆਇੰਟ P ਦੇ ਉੱਪਰ ਜਿਹੜਾ ਮੈਗਨੈਟਿਕ ਫੀਲਡ ਹੈ ਉਹ ਕਿੰਨਾ ਐਕਟ ਕਰ ਰਿਹਾ ਹੈ। ਇਸ ਐਕਸਪ੍ਰੈਸ਼ਨ ਨੂੰ ਤੁਸੀਂ ਯਾਦ ਰੱਖਣਾ ਕਿਉਂਕਿ ਇੱਕ ਨੈਕਸਟ ਆਰਟੀਕਲ ਕਰਨ ਤੋਂ ਬਾਅਦ ਅਸੀਂ ਕੰਪੈਰੀਜ਼ਨ ਕਰਨਾ ਹੈ, ਠੀਕ ਹੈ, ਉੱਥੇ ਇਸ ਨੂੰ ਯੂਜ਼ ਕਰਾਂਗੇ। ਮੈਗਨੈਟਿਕ ਫੀਲਡ ਐਕਸੀਅਲ ਲਾਈਨ ਕਿੰਨਾ ਹੈ, mu naught upon 4 pi 2md over d square minus l square ਦਾ होल स्क्वायर। वेक्टर लिखांगे तो डाइपोल मोमेंट के ऊपर वेक्टर आ जाएगा। क्लियर। सो ये है साडी एक्सप्रैशन एक्सियल लाइन की। अगर असी वैक्टर फॉर्म दे विच गल करिए तो इत्थे वैक्टर लगावांगे लाइक दिस, तो सानू इहदी डायरेक्शन दसनी पएगी। सो डायरेक्शन किस दे अलोंग होएगी, जेड़े पोल करके मैग्नेटिक फील्ड इंटेंसिटी ज़्यादा है नैचुरली जिहड़ा वैक्टर होएगा उसकी डायरेक्शन फील्ड होएगा उसकी डायरेक्शन भी वही होएगी। दैट मीन्स इट विल एक्ट अलोंग px, अलोंग px। क्लियर। सो ये है एक्सप्रैशन मैग्नेटिक फील्ड इंटेंसिटी दी। नाउ इसे एक्सप्रैशन नू थोड़ा और मॉडिफाई करते हैं कि अगर जिहड़ी लेंथ है वो डाइपोल दी वो बहुत ज़्यादा स्मॉल होवे एज कंपेयर टू द डिस्टेंस at which we are taking the magnetic field, ਤਾਂ ਕੀ ਹੋਏਗਾ, means ਜਿਹੜਾ L है that is much less as compared to D। this is a special case। special case है अगर L है ਜਿਹੜਾ much less as compared to D ਤਾਂ ਕੀ ਹੋਏਗਾ, we can neglect L as comparison to D। ਤੇ ਜਦੋਂ ਅਸੀਂ ਇਹਨੂੰ neglect ਕਰਾਂਗੇ इस एक्सप्रैशन ਨੂੰ मॉडिफाई करते हैं ਤਾਂ भी एक्सियल लाइन के ऊपर कितना आएगा, mu naught upon 4 pi 2md over, इसनों निगलैक्ट कर दिता, ये खत्म, d स्क्वायर बार स्क्वायर पे है तो d पावर 4, एक कैंसल हो गया d, इट विल बिकम d क्यूब मैग्नेटिक फील्ड एक्सियल लाइन। अगर असी इलैक्ट्रोस्टैटिक फील्ड के नाल इसनूं कंपेयर करिए या ग्रेविटेशनल नाल तो उत्थे जिहड़ी फोर्स है वो वेरी करती है स्क्वायर ऑफ डिस्टेंस, बट हियर इट इज़ मोर सेंसिटिव एंड वेरी एज फंक्शन ऑफ क्यूब, डी क्यूब के फंक्शन नाल वेरी कर रही है। क्लियर। सो ए सी मैग्नेटिक फील्ड एट ए पॉइंट ऑन द एक्सियल लाइन ऑफ एन मैग्नेटिक डाइपोल, मीनस बार मैग्नेट के एक्सियल पॉइंट ते कितना फील्ड होएगा, इस एक्सप्रैशन नूं तुसीं याद रखना है। क्लियर। नैक्सट हुण असीं गल करांगे कि अगर जिहड़ी बार मैग्नेट है उस दे विच असीं किसी इक्वेटोरियल प्लेन दे विच फाइंड आउट करना होए कि कितना मैग्नेटिक फील्ड एक्ट कर रहा है तो किस तरह फाइंड आउट करांगे। उस तो पहला असीं समझांगे कि जिहड़ा इक्वेटोरियल प्लेन हुंदा है वो हुंदा की है। ठीक है, पहला समझांगे मीनिंग की है इक्वेटोरियल प्लेन दा, ते दैन असीं कैलकुलेट करांगे अमाउंट ऑफ मैग्नेटिक फील्ड एट एनी पॉइंट विच लाई ऑन द इक्वेटोरियल लाइन ऑफ द बार मैग्नेट। क्लियर। सो सब तो पहला असीं गल करदे हां, समझदे हां कि इक्वेटोरियल प्लेन की है।
देखो ਜਦੋਂ मैं एक्सियल लाइन ਦਾ टॉपिक स्टार्ट ਕੀਤਾ ਸੀ मैं ਤੁਹਾਨੂੰ ਦੱਸਿਆ ਸੀਗਾ कि ਕਿਸੇ ਵੀ ਬਾਰ ਮੈਗਨੇਟ ਦੇ ਵਿੱਚੋਂ ਇੱਕ ਪੋਲ ਦੇ ਵਿੱਚੋਂ ਕਿੰਨੀਆਂ ਫੀਲਡ ਲਾਈਨਸ ਕ੍ਰਾਸ ਕਰ ਸਕਦੀਆਂ ਨੇ ਉਹਦੀ ਉਸਨੂੰ ਅਸੀਂ ਕੈਲਕੂਲੇਟ ਕੀਤਾ। ਲਾਈਕ ਇਹ ਸਾਊਥ ਪੋਲ ਹੈ, ਇਹ ਨਾਰਥ ਪੋਲ ਹੈ, ਕਿੰਨੀਆਂ ਹੀ ਇਨਫਾਈਨਾਈਟ ਨੰਬਰ ਆਫ ਲਾਈਨਸ ਨੇ ਜਿਹੜੀਆਂ ਕਿ ਇਸ ਦੇ ਵਿੱਚੋਂ ਪਾਸ ਕਰ ਰਹੀਆਂ ਨੇ ਲਾਈਕ ਦਿਸ। ਠੀਕ ਹੈ, ਇਸੇ ਤਰ੍ਹਾਂ ਇਸ ਪੋਲ ਦੇ ਵਿੱਚੋਂ ਵੀ ਕਈ ਇਸ ਤਰ੍ਹਾਂ ਦੀਆਂ ਲਾਈਨਸ ਨੇ ਜਿਹੜੀਆਂ ਕਿ ਪਾਸ ਔਨ ਕਰ ਰਹੀਆਂ। ਜਦੋਂ ਅਸੀਂ ਐਕਸੀਅਲ ਲਾਈਨ ਦੀ ਗੱਲ ਕਰ ਰਹੇ ਸੀ ਤਾਂ ਅਸੀਂ ਉਹ ਲਾਈਨ ਚੂਜ਼ ਕਰਨੀ ਸੀ ਜਿਹੜੀ ਕਿ ਦੋਨਾਂ ਪੋਲਸ ਦੇ ਵਿੱਚੋਂ ਪਾਸ ਕਰੇ, ਤਾਂ ਉਹ ਇੱਕੋ ਹੀ ਇੱਕ ਲਾਈਨ ਹੋ ਸਕਦੀ ਹੈ ਜਿਹੜੀ ਕਿ ਦੋਨਾਂ ਪੋਲਸ ਦੇ ਵਿੱਚੋਂ ਪਾਸ ਔਨ ਕਰੇ। ਠੀਕ ਹੈ, that is coaxial line। बट ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਾਰ ਮੈਗਨੇਟ ਹੈ ਜਿਹੜਾ ਉਹਦੇ ਇਕੁਟੋਰੀਅਲ ਪਲੇਨ ਕੀ ਹੁੰਦਾ ਹੈ, ਇਕੁਟੋਰੀਅਲ ਪਲੇਨ ਦੀ ਅਸੀਂ ਗੱਲ ਕਰੀਏ ਤਾਂ ਉਹ ਕਿਹੜੀ ਲਾਈਨ ਹੋਏਗੀ, ਕਿਹੜਾ ਪਲੇਨ ਹੋਏਗਾ। ਠੀਕ ਹੈ, ਇਕੁਟੋਰੀਅਲ ਪਲੇਨ ਕਿਹੜਾ ਹੋਏਗਾ। ਸਪੋਜ਼ ਦਿਸ ਇਜ਼ योर ਬਾਰ ਮੈਗਨੇਟ, ਆ ਤੁਹਾਡਾ ਸਾਊਥ ਪੋਲ ਹੈ, ਆ ਤੁਹਾਡਾ ਨਾਰਥ ਪੋਲ ਹੈ। ठीक, ਅਸੀਂ ਦੋਨਾਂ ਨੂੰ ਜੁਆਇਨ ਕਰ ਦਿੱਤਾ, ਨਾਰਥ ਤੇ ਸਾਊਥ ਪੋਲ। ਠੀਕ, ਇੱਥੇ ਇਹਨਾਂ ਦਾ ਕੋਈ ਸੈਂਟਰ ਪੁਆਇੰਟ ਹੋਏਗਾ ਜਿਹਦੀ ਡਿਸਟੈਂਸ ਬਰਾਬਰ ਹੋਏਗੀ ਫਰੋਮ ਸਾਊਥ ਔਰ ਫਰੋਮ ਦੀ ਨਾਰਥ। ਕੋਈ ਲਾਈਨ ਡਰਾ ਕਰੋ ਜਿਹੜੀ ਕਿ ਇਸ ਪੁਆਇੰਟ ਦੇ ਵਿੱਚੋਂ ਕ੍ਰਾਸ ਕਰਦੀ ਹੋਈ ਜਾਏ। ਤੁਸੀਂ ਇੱਦਾਂ ਦੀਆਂ ਕਿੰਨੀਆਂ ਲਾਈਨਸ ਨੇ ਜਿਹੜੀਆਂ ਉਹ ਡਰਾ ਕਰ ਸਕਦੇ ਹੋ। ਠੀਕ ਹੈ, ਅਗਰ ਤੁਸੀਂ ਧਿਆਨ ਨਾਲ ਇਸ ਡਾਇਗਰਾਮ ਨੂੰ ਤੇ ਮੈਗਨੇਟਿਜ਼ਮ ਨੂੰ ਸਮਝਿਆ ਹੈ ਤਾਂ ਅਸੀਂ ਇਸ ਤਰ੍ਹਾਂ ਦੀਆਂ ਇਨਫਾਈਨਾਈਟ ਲਾਈਨਸ ਨੇ ਜਿਹੜੀਆਂ ਉਹ ਡਰਾ ਕਰ ਸਕਦੇ ਹਾਂ ਜਿਹੜੀਆਂ ਕਿ ਇਸ ਤਰ੍ਹਾਂ ਇਸ ਦੇ ਵਿੱਚੋਂ ਪਾਸ ਕਰਨ ਡਿਫਰੈਂਟ ਪਲੇਨ ਦੇ ਵਿੱਚ। ਜਦੋਂ ਅਸੀਂ ਸਾਰੀਆਂ ਲਾਈਨਸ ਦੇ ਪਲੇਨ ਨੂੰ ਜੁਆਇਨ ਕਰ ਦਿੰਦੇ ਹਾਂ, ਧਿਆਨ ਨਾਲ ਸੁਣੋ, ਜਦੋਂ ਅਸੀਂ ਉਹਨਾਂ ਸਾਰੀਆਂ ਲਾਈਨਸ ਜਿਹੜੀਆਂ ਕਿ ਇਸ ਤਰ੍ਹਾਂ ਦਾ ਪੈਟਰਨ ਬਣਾਉਂਦੀਆਂ ਨੇ, ਮੀਨਸ ਉਹ ਨਾਰਥ ਤੇ ਸਾਊਥ ਪੋਲ ਨੂੰ ਜਿਹੜੀ ਲਾਈਨ ਜੁਆਇਨ ਕਰ ਰਹੀ ਹੈ ਉਸ ਲਾਈਨ ਦੇ ਪਰਪੈਂਡੀਕੂਲਰ ਨੇ ਤੇ ਨਾਲ ਦੀ ਨਾਲ ਉਹ ਸੈਂਟਰ ਪੁਆਇੰਟ ਹੈ ਜਿਹੜਾ ਬਾਰ ਮੈਗਨੇਟ ਦਾ, ਮੀਨਸ ਜਿਹੜਾ ਨਾਰਥ ਔਰ ਸਾਊਥ ਪੋਲ ਦਾ ਬਾਰ ਮੈਗਨੇਟ ਦਾ ਸੈਂਟਰ ਹੈ ਉਸ ਦੇ ਵਿੱਚੋਂ ਪਾਸ ਕਰ ਰਹੀਆਂ ਨੇ, ਪਲੱਸ ਜਿਹੜੀਆਂ ਇਸ ਲਾਈਨ ਦੇ ਪਰਪੈਂਡੀਕੂਲਰ ਨੇ। ਇਸ ਤਰ੍ਹਾਂ ਦੀਆਂ ਅਸੀਂ ਬਹੁਤ ਸਾਰੀਆਂ ਲਾਈਨਸ, ਇਨਫਾਈਨਾਈਟ ਲਾਈਨਸ ਨੂੰ ਡਰਾ ਕਰ ਸਕਦੇ ਹਾਂ। ਠੀਕ ਹੈ, ਤੁਸੀਂ ਕਰਕੇ ਦੇਖਣਾ ਹੈ ਕਿਸ ਤਰ੍ਹਾਂ ਅਸੀਂ ਉਸ ਨੂੰ ਡਰਾ ਕਰ ਸਕਦੇ ਹਾਂ, ਇਹ ਤੁਹਾਡਾ ਹੋਮਵਰਕ ਹੈ। ਅਗਰ ਅਸੀਂ ਉਹ ਲਾਈਨਸ ਨੂੰ ਡਰਾ ਕਰ ਲਿਆ ਤਾਂ ਜਿਹੜਾ ਲਾਈਨ ਉਹਨਾਂ ਨੂੰ ਜੁਆਇਨ ਕਰਨ ਤੇ ਜਿਹੜਾ ਪਲੇਨ ਬਣੇਗਾ ਉਸ ਪਲੇਨ ਨੂੰ ਅਸੀਂ ਕੀ ਨਾਮ ਦਿੰਦੇ ਹਾਂ, ਇਕੁਟੋਰੀਅਲ ਪਲੇਨ। ਕਿਹੜਾ ਹੋਏਗਾ, ਇਕੁਟੋਰੀਅਲ ਪਲੇਨ। ਠੀਕ ਹੈ, ਤਾਂ ਸਾਡਾ ਕੁਐਸਚਨ ਕੀ ਹੈ, ਨੈਕਸਟ ਆਰਟੀਕਲ ਸਾਡਾ ਕੀ ਹੈ ਕਿ ਅਸੀਂ ਉਸ ਇਕੁਟੋਰੀਅਲ ਪਲੇਨ ਦੇ ਵਿੱਚ ਕਿਸੇ ਵੀ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਇੰਟੈਂਸਿਟੀ ਦੀ ਵੈਲਿਊ ਕੈਲਕੂਲੇਟ ਕਰਨੀ ਹੈ। ਠੀਕ ਹੈ, ਹੁਣ ਇਹ ਚੀਜ਼ ਸਿੰਪਲ ਹੁੰਦੀ, ਅਗੇਨ ਉਹੀ ਕੁਐਸਚਨ, ਅਗਰ ਸਾਡੇ ਕੋਲ ਇੱਕੋ ਹੀ ਇੱਕ ਪੋਲ ਹੁੰਦਾ ਤਾਂ ਇਹ ਕੁਐਸਚਨ ਬੜਾ ਆਸਾਨ ਸੀ, ਈਜ਼ੀਲੀ ਅਸੀਂ ਦੱਸ ਦੇਣਾ ਸੀ ਕਿ ਕਿੰਨੀ ਪੋਲ ਸਟਰੈਂਥ ਹੈ। ਬਟ ਹੁਣ ਕਿਉਂਕਿ ਸਾਡੇ ਕੋਲ ਦੋਨੋਂ ਪੋਲਸ ਨੇ, ਨਾਰਥ ਵੀ ਹੈ ਤੇ ਸਾਊਥ ਪੋਲ ਵੀ ਹੈ, ਸੋ ਇਹ ਇੰਨਾ ਈਜ਼ੀ ਨਹੀਂ ਹੈ। ਉਸ ਦੇ ਲਈ ਕੀ ਹੋਏਗਾ ਕਿ ਉਹ ਜਿਹੜਾ ਵੀ ਪੁਆਇੰਟ ਅਸੀਂ ਕੰਸੀਡਰ ਕਰਾਂਗੇ ਉਸ ਦੇ ਉੱਪਰ ਜਿਹੜਾ ਫੀਲਡ ਹੈ ਉਹ ਦੋਨੋਂ ਪੋਲਸ ਕਰਕੇ ਲੱਗੇਗਾ, ਨਾਰਥ ਪੋਲ ਕਰਕੇ ਵੀ ਤੇ ਸਾਊਥ ਪੋਲ ਕਰਕੇ ਵੀ। ਤੇ ਤੁਹਾਨੂੰ ਇਹ ਵੀ ਪਤਾ ਹੈ, ਜਿਵੇਂ ਕਿ ਅਸੀਂ ਹੁਣ ਇਸੇ ਆਰਟੀਕਲ ਦੇ ਵਿੱਚ ਡਿਸਕਸ ਕਰਕੇ ਚੁੱਕੇ ਹਾਂ ਕਿ ਜਿਹੜਾ ਨਾਰਥ ਪੋਲ ਹੈ ਉਸ ਦੇ ਕਰਕੇ ਜਿਹੜੀ ਫੀਲਡ ਸਟਰੈਂਥ ਹੋਏਗੀ that will be in some direction, but ਜਿਹੜੀ strength south pole ਕਰਕੇ ਹੋਏਗੀ that will be in a direction opposite to the north pole। ਠੀਕ ਹੈ, ਸੋ ਉਸ ਦੇ ਇਫੈਕਟ ਨੂੰ ਕੈਂਸਲ ਕਰੇਗੀ। ਇਹ ਗੱਲ ਸੀ ਜਦੋਂ ਐਕਸੀਅਲ ਲਾਈਨ ਦੇ ਉੱਪਰ ਲਿੱਤਾ ਸੀ। ਹੁਣ ਸਾਡੇ ਕੋਲ ਜਿਹੜਾ ਪੁਆਇੰਟ ਆਏਗਾ ਉਹ ਇਕੁਟੋਰੀਅਲ ਲਾਈਨ ਦੇ ਉੱਪਰ ਆਏਗਾ। ਠੀਕ ਹੈ, ਤਾਂ ਇਕੁਟੋਰੀਅਲ ਲਾਈਨ ਦੇ ਉੱਪਰ ਦੋਨੋਂ ਫੀਲਡ ਕਰਕੇ ਜਿਹੜਾ ਮੈਗਨੈਟਿਕ ਫੀਲਡ ਇੰਟੈਂਸਿਟੀ ਹੈ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਹੈ ਤੇ ਉਹਦਾ ਕਿੰਨਾ ਇਫੈਕਟ ਹੋਏਗਾ, ਕਿੰਨਾ ਕੈਂਸਲ ਆਊਟ ਹੋਏਗਾ, ਦੈਟ ਡਿਪੈਂਡਸ। ਠੀਕ ਹੈ, ਸੋ ਇਸ ਕਰਕੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਪੋਲ ਸਟਰੈਂਥ ਦੀ ਤਾਂ ਪੋਲ ਸਟਰੈਂਥ ਦੋਨੋਂ ਮੈਗਨੈਟਿਕ ਫੀਲਡ ਇੰਟੈਂਸਿਟੀ ਦੀ ਤਾਂ ਦੋਨੋਂ ਪੋਲਸ ਦੀ ਸਟਰੈਂਥ ਹੈ ਜਿਹੜੀ ਤੇ ਕਿਸ ਡਾਇਰੈਕਸ਼ਨ ਦੇ ਵਿੱਚ ਉਹ ਫੀਲਡ ਇੰਟੈਂਸਿਟੀ ਐਕਟ ਕਰ ਰਹੀ ਹੈ ਉਹ ਦੋਨੇ ਕਾਊਂਟ ਹੁੰਦੀਆਂ ਨੇ।
क्लियर। इसे करके ਜਦੋਂ ਵੀ ਅਸੀਂ ਬਾਹਰ ਮੈਗਨੇਟ ਦੇ ਕਰਕੇ ਟੋਟਲ ਕਿਸੇ ਵੀ ਪੁਆਇੰਟ ਦੇ ਉੱਪਰ ਫਾਈਂਡ ਆਊਟ ਕਰਨੀ ਹੋਵੇ ਫੀਲਡ ਇੰਟੈਂਸਿਟੀ, that will become difficult नहीं है, बट थोड़ा जा समझन की ज़रूरत है कि किस तरह ਉਹਦੀ डायरेक्शन ਅਸੀਂ मैंशन कर सकते हैं। तो नॉर्थ पोल करके किस डायरेक्शन च होएगा, साउथ पोल करके किस डायरेक्शन च होएगा, वो असी देखना है तो चेक करना है। क्लियर। सो नैक्सट आर्टिकल असी डिस्कस करांगे कि किसी भी पोल बार मैगनेट के लिए अगर इक्वेटोरियल लाइन के प्लेन के विच कोई पॉइंट है उसके उपर कितनी फील्ड इंटेंसिटी होएगी। सो स्टूडेंट्स नैक्सट लैक्चर के विच असी डिस्कस करांगे कि किस तरह असी इक्वेटोरियल लाइन जिहड़ा कि उन्हें डिस्कस किया उसके उपर मैगनैटिक फील्ड इंटेंसिटी फाइंड आउट कर सकते हैं ड्यू टू नॉर्थ पोल एंड साउथ पोल। अज के लैक्चर के लिए इन्ना ही, अगले लैक्चर च मिलांगे। थैंक यू सो मच।